अस्सलाम वालेकुम, सत श्री अकाल, प्रणाम जी। एक पिंड पंजाब ਦਾ ਚੈਨਲ ਦੀ ਟੀਮ ਅੱਜ ਗੋਜਰਾ ਸ਼ਹਿਰ ਦੇ ਵਿੱਚ ਮਹੱਲਾ ਦਸਤਗੀਰ ਕਲੋਨੀ 'ਚ ਆਈ ਹੈ ਜੀ। ਇੱਥੇ ਸਾਡੀ ਇੱਕ ਬਜ਼ੁਰਗਾਂ ਦੇ ਨਾਲ ਮੁਲਾਕਾਤ ਆ ਜਿਹੜੇ ਜ਼ਿਲ੍ਹਾ ਅੰਮ੍ਰਿਤਸਰ ਤੋਂ ਉੱਠ ਕੇ ਆਏ ਆ ਜੀ। ਇਹਨਾਂ ਨਾਲ ਗੱਲਬਾਤ ਕਰਦੇ ਆ ਜੋ ਵੀ ਪਾਰਟੀਸ਼ਨ ਦੇ ਦੌਰਾਨ ਇਹਨਾਂ ਨਾਲ ਵਾਕਿਆਤ ਪੇਸ਼ ਆਏ ਜਾਂ ਜੋ ਵੀ ਇਹਨਾਂ ਨੂੰ ਤੰਗੀ ਤਕਲੀਫ ਜਿਸ ਤਰ੍ਹਾਂ ਵੀ ਇਹਨਾਂ ਨੇ ਸਫ਼ਰ ਆਪਣਾ ਤੈਅ ਕੀਤਾ ਉਹ ਸਾਰੇ ਅਹਵਾਲ ਤੁਹਾਡੇ ਪੇਸ਼ ਨਜ਼ਰ ਕਰਦੇ ਆ ਜੀ। ਬਹੁਤ ਸਾਰੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ ਸੀ ਜਦੋਂ ਲੋਕ ਉੱਥੋਂ ਉੱਠ ਕੇ ਆਏ ਸੀਗੇ। ਆਪਣਾ ਘਰ-ਬਾਰ ਭਰਿਆ ਛੱਡ ਕੇ ਅਚਾਨਕ ਉੱਠ ਕੇ ਆਉਣਾ ਪੈ ਗਿਆ। ਉਹ ਸਾਰੀਆਂ ਗੱਲਾਂ ਬਾਤਾਂ ਇਹਨਾਂ ਨਾਲ ਕਰਦੇ ਜੀ। ਅਸਲਾਮ ਵਾਲੇਕਮ ਜੀ। ਵਾਹ ਅੰਕਲ ਜੀ ਆਪਣਾ ਨਾਮ ਦੱਸੋ। ਖਾਦਮ ਹੁਸੈਨ। ਵਾਲਿਦ ਸਾਹਿਬ ਦਾ ਨਾਮ ਦੱਸੋ। ਨਵਾਬਦੀਨ ਬਾਊ। ਅੱਛਾ ਜੀ। ਪਿੰਡ ਕਲੇਰ। ਅੱਛਾ। ਕਲੇਰ ਨੇ 3, ਇੱਕ ਘੱਸ ਕਲੇਰ ਆ, ਇੱਕ ਡੱਡੀਆਂ ਕਲੇਰ ਆ, ਇੱਕ ਰਾਮ ਤੀਰਥ ਵਾਲੇ ਕਲੇਰ ਆ। ਅਸੀਂ ਆ ਰਾਮ ਤੀਰਥ ਕਲੇਰ ਵਾਲੇ। ਅੱਛਾ ਜੀ। ਕਿਰਿਆਂ ਦੇ ਤਹਿਸੀਲ ਸਾਡੀ ਅਜਨਾਲਾ। ਅੱਛਾ। ਥਾਣਾ ਲੋਪੋਕੇ, ਜ਼ਿਲ੍ਹਾ ਅੰਮ੍ਰਿਤਸਰ। ਸਾਡੇ ਨਾਲ ਜੋ ਕੁਝ ਹੋਇਆ ਉਹ ਸਹੀ ਦੱਸਾਂਗੇ ਤੁਹਾਨੂੰ। ਅਸੀਂ ਆਪਣੇ ਪਿੰਡ ਦੇ ਵਿੱਚ ਕਿਹੜੇ ਲੋਕ ਰਹਿੰਦੇ ਸੀਗੇ? ਸਾਰੀਆਂ ਕੌਮਾਂ ਰਹਿੰਦੀਆਂ ਸੀ। ਦੱਸੋ ਕਿਹੜੀਆਂ? ਸਰਦਾਰ ਵੀ ਰਹਿੰਦੇ ਸੀ, ਮੇਰਾ ਸਾਂਸੀ ਵੀ ਰਹਿੰਦੇ ਸੀ, ਬਰਵਾਲੇ ਵੀ ਰਹਿੰਦੇ ਸੀ, ਰਾਣੇ ਵੀ ਰਹਿੰਦੇ ਸੀ, ਬਰਾਦਰੀ ਪੂਰੀ ਰਹਿੰਦੀ ਸਾਡੇ। ਇਹ ਸਾਂਸੀ ਕਿਹੜੇ ਕੌਮ ਆ ਜੀ? ਸਾਂਸੀ ਉਹ ਨੇ ਜਿਹੜੇ ਸੂਰ ਚਾਰਦੇ ਆ। ਅੱਛਾ। ਆ ਭੇਡਾਂ ਕੋ। ਅੱਛਾ, ਭੇਡਾਂ ਕੋ ਚਾਰਦੇ ਆ ਉਹਨਾਂ ਇੱਜੜ ਬਣਾਏ ਆ। ਉਹ ਫਿਰ ਜਦੋਂ ਕਿਸੇ ਨੇ ਮੁੱਲ ਲੈਣਾ ਹੋਵੇ ਉਹ ਦੇ ਦਿੰਦੇ ਨੇ। ਇਹ ਭੇਡਾਂ ਚਾਰਦੇ ਆ ਜਿਹੜੇ ਗਿੱਦੜ ਗੁੱਦੜ ਵੀ ਖਾ ਜਾਂਦੇ ਫੜ ਕੇ। ਹਾਂ ਉਹੀ ਸਾਂਸੀ, ਉਹੀ ਸਾਂਸੀ। ਇਹ ਮੁਸਲਮਾਨਾਂ ਸ਼ੁਮਾਰ ਹੁੰਦੇ ਜਾਂ ਨਾ ਇਹ ਕਿਸੇ ਸ਼ੁਮਾਰ ਨਹੀਂ ਗੇ। ਹਰ ਸ਼ੈ ਖਾ ਜਾਂਦੇ ਆ। ਅੱਛਾ। ਹਾਂ, ਇਹਨਾਂ ਦਾ ਕੋਈ ਮਜ਼ਹਬ ਨਹੀਂ ਹੈਗਾ? ਨਾ ਮਜ਼ਹਬ ਕੋਈ ਨਹੀਂ ਇਹਨਾਂ ਦਾ, ਨਾ ਦੀਨ ਨਾ ਮਜ਼ਹਬ। ਜਾਂ ਦੁਨੀਆ ਤੇ ਆਏ ਜਾਂ ਨਾ ਆਏ। ਪਿੰਡ ਆਪਣਾ ਕਿੱਡਾ ਕੁ ਬੜਾ ਸੀ? ਵਾਹ ਵੱਡਾ ਸਾਰਾ ਪਿੰਡ ਸਾਡਾ। ਹਾਂ। ਜ਼ਿਆਦਾ ਜ਼ੋਰ ਕਿਹਨਾਂ ਦਾ ਸੀਗਾ? ਜ਼ਿਆਦਾ ਸਿੱਖਾਂ ਦਾ। ਸਿੱਖਾਂ ਦਾ। ਹਾਂ। ਕੋਈ ਯਾਦ ਆ ਸਿੱਖਾਂ ਦੇ ਨਾਂ ਜਿਹੜੇ ਉੱਥੇ ਸਰਕਰਦਾ ਸਿਰ ਕੱਢਵੇਂ ਬੰਦੇ ਸੀ? ਗੋਪਾਲ ਸਿੰਘ ਲੰਬੜਦਾਰ ਸੀ ਸਾਡੇ ਪਿੰਡ ਦਾ। ਅੱਛਾ। ਉੱਥੇ ਇੱਕ ਬਾਬਾ ਸੰਤਾ ਹੁੰਦਾ ਸੀ, ਉਹਦਾ ਬੜਾ ਕਾਰੋਬਾਰ ਸੀ। ਜਿਸ ਵਕਤ ਅਸੀਂ ਉੱਥੋਂ ਆਏ ਆ ਉਹਦੀ ਚਿੱਟੀ ਦਾੜੀ ਸੀ ਤੇ ਕਾਲਾ ਸਿਆਹ ਸੀ। ਅੱਛਾ। ਉਹ ਪਕੌੜੇ ਚੀਜ਼ਾਂ ਦੀ ਦੁਕਾਨ ਕਰਦਾ ਹੁੰਦਾ ਸੀ। ਅੱਛਾ। ਤੇ ਸਾਡੇ ਪਿੰਡ ਇੱਕ ਹਿੰਦੂ ਆਇਆ, ਮੁੰਡਾ ਵਿਆਹ ਸ਼ਾਦੀ ਕਰਾ ਕੇ। ਉਹਨੇ ਆ ਕੇ ਆਖਿਆ ਮੈਨੂੰ ਰਹਿਣ ਨੂੰ ਜਗ੍ਹਾ ਦਿਓ। 21 ਘਰ ਨੇ ਮੁਸਲਮਾਨਾਂ ਦੇ ਉੱਥੇ, ਯਾਨੀ ਸਾਰੇ ਪਾ ਲਾ ਕੇ ਜਿੰਨੇ ਵੀ ਹੈਗੇ ਨੇ 21 ਘਰ ਸੀ ਸਾਡੇ। 21 ਘਰਾਂ ਨੇ ਉਹਨੂੰ ਸੇਵ ਦੇ ਦਿੱਤੀ ਅਸੀਂ। ਉਹ ਥੋੜ੍ਹਾ ਚਿਰ ਰਿਹਾ ਤਾਂ ਫੌਤ ਹੋ ਗਿਆ। ਉਸ ਤੋਂ ਬਾਅਦ ਉਹਦੇ ਘਰ ਹੋਇਆ ਇੱਕ ਬੱਚਾ। ਉਹ ਬੱਚੇ ਨੂੰ ਸਾਡੇ ਵਡਕਿਆਂ ਨੇ ਗੱਲ ਆਖਿਆ ਉਹ ਜਨਾਨੀ ਨੂੰ ਵੀ ਤੁਸੀਂ ਹਿੰਦੂ ਜੇ, ਅਸੀਂ ਮੁਸਲਮਾਨ ਆ, ਅਤੇ ਸਾਡਾ ਤੁਹਾਡਾ ਪਤਾ ਕੋਈ ਨਹੀਂ। ਅਗਰ ਜਿੱਥੋਂ ਤੁਸੀਂ ਉੱਜੜ ਕੇ ਆਏ ਹੋ ਉਹ ਜਗ੍ਹਾ ਦੱਸੋ, ਅਸੀਂ ਤੇਰੇ ਮਾਪਿਆਂ ਦੇ ਸਹੁਰੇ ਜਾਂਦੇ ਹਾਂ। ਉਹਨੇ ਆਖਿਆ ਜੀ ਮੇਰਾ ਹੈ ਹੀ ਕੋਈ ਨਹੀਂ ਗਾ, ਮੈਂ ਕਿਤੇ ਜਾਣਾ ਨਹੀਂ। ਔਰ ਕਹਿਣ ਲੱਗੇ ਵੀ ਜਿਹੜੇ 21 ਘਰ ਆ ਨਾ ਮੁਸਲਮਾਨਾਂ ਦੇ, ਇਹ ਸਾਰੇ ਤੇਰੇ ਅੱਗੇ ਨੇ। ਜਿੱਥੇ ਮਰਜ਼ੀ ਰਹੋ, ਜਿੱਥੇ ਮਰਜ਼ੀ ਖਾ ਪੀ, ਜਿੱਥੇ ਮਰਜ਼ੀ ਸੌ। ਉਹ ਫਿਰ ਬੱਚਾ ਹੋਇਆ ਜਵਾਨ ਹੋ ਕੇ ਉਹ ਬਣਿਆ ਸੂਬੇਦਾਰ। ਸੂਬੇਦਾਰ ਬਣਿਆ ਅਤੇ ਜਿਸ ਵਕਤ ਇਨਕਲਾਬ ਆਇਆ ਨਾ ਸੰਨ 47 ਦਾ, ਉਹ ਆਇਆ ਛੁੱਟੀ ਆਇਆ ਅਤੇ ਉਹਦੀ ਮਾਂ ਕਹਿਣ ਲੱਗੀ ਵੀ ਪੁੱਤਰ ਤੇਰੇ ਮਾਂ ਪਿਓ ਦੇ ਉੱਤੇ ਬੜੀ ਸਖਤੀ ਆ। ਇਹ ਕੀ ਗੱਲ? ਉਹਨੇ ਆਖਿਆ ਵੀ ਮੈਂ ਤੈਨੂੰ ਜਨਮ ਦਿੱਤਾ, ਪਾਲਿਆ ਇਹਨਾਂ, ਪੜ੍ਹਾਈ ਇਹਨਾਂ ਕਰਵਾਈ, ਸੂਬੇਦਾਰ ਇਹਨਾਂ ਲਵਾਇਆ। ਵਾਹ ਜੀ ਵਾਹ। ਉਹਨੇ ਆਖਿਆ ਵੀ ਰੋਟੀ ਉਹਨੇ ਛੱਡ ਦਿੱਤੀ, ਚਲਾ ਗਿਆ ਵਾਪਸ। ਉਹਨੇ ਜਾ ਕੇ ਸਾਹਿਬ ਦੇ ਅੱਗੇ ਅਰਜ਼ੀ ਲਿਖ ਕੇ ਦਿੱਤੀ ਕਿ ਜਾਂ ਮੇਰੀ ਗੱਲ ਮੰਨ ਲਓ ਅਤੇ ਜਾਂ ਮੈਨੂੰ ਅਸਤੀਫਾ ਦੇ ਦਿਓ। ਉਹਨੇ ਕੀ ਗੱਲ? ਉਹਨੇ ਆਖਿਆ ਜੀ ਮੇਰੇ ਮਾਂ ਪਿਓ 'ਤੇ ਸਖਤੀ ਆ। ਉਹਨੇ ਕਿਹਾ ਤੂੰ ਤਾਂ ਹਿੰਦੂ ਆ, ਉਹ ਤਾਂ ਮੁਸਲੇ ਆ। ਉਹਨੇ ਕਿਹਾ ਜੀ ਉਹਨਾਂ ਹੀ ਸਭ ਕੁਝ ਪਾਲਿਆ, ਮੇਰੀ ਮਾਂ ਨੇ ਜਨਮ ਦਿੱਤਾ ਸਿਰਫ ਬਸ। ਵਾਪਸ ਚਲਾ ਗਿਆ। ਉਹਨੇ ਆਖਿਆ ਕੀ ਚਾਹੁੰਦਾ ਹੈ? ਉਹਨੇ ਆਖਿਆ ਜੀ ਮੈਂ ਉਹਨਾਂ ਨੂੰ ਕੱਢਣਾ ਚਾਹੁੰਦਾ ਹੈ। ਉਹਨੇ ਆਵਾਜ਼ ਦਿੰਦਾ। ਉਹਨੇ ਫਿਰ 6 ਟਰੱਕ ਲਿਆਂਦੇ। 6 ਵੱਡੇ ਗੋਰਖਾ ਮਿਲਟਰੀ ਵਾਲੇ ਪੀਨਿਆਂ ਨਾਲ ਕਾਲੇ ਹੁੰਦੇ ਸੀ ਬੰਗਾਲੀ। ਉਹਨਾਂ 6 ਚੌਕਾ 24 ਉਹਨੇ ਲਿਆਂਦੇ ਨਾਲ ਗੋਰਖੇ। ਉਹਨੇ ਆਣ ਕੇ ਆਖਿਆ ਵੀ ਇੱਥੋਂ ਕੋਈ ਸ਼ੈ ਤੋਂ ਛੱਡਣੀ ਨਹੀਂ, ਮੇਰੇ ਜੋ ਮੈਂ ਅਹਿਸਾਨ ਨਹੀਂ ਕਰਨਾ।
ਆਪਣੀ ਹਰ ਚੀਜ਼ ਜਿਹੜੀ ਲੈ ਜਾਓ। ਸਹੀ। ਮੱਝਾਂ ਗਾਵਾਂ ਤੇ ਜਾਣੀਆਂ ਨਹੀਂ ਗੀਆਂ, ਆਹੋ ਜਿਹੜੀ ਚੱਕ ਕੇ ਲਿਜਾ ਸਕਦੇ। ਚੱਕ ਜਾ ਅਸੀਂ ਫਿਰ ਅਦਲੋ ਇਮਾਨ ਸਾਸੀ ਉਸੇ ਰਹਿ ਕੇ ਨਾ ਅਸੀਂ ਇੱਕ ਸੂਈ ਵੀ ਨਹੀਂ ਛੱਡ ਕੇ ਆਏ। ਬੜੀ ਗੱਲ ਆ ਜੀ। ਉਹ ਮੁੰਡੇ ਨੇ ਵੀ ਕੋਈ ਪੇਦਿਆਂ ਵਾਲੀ ਕਰ ਦਿੱਤੀ ਆ ਵੀ ਆਪਣਾ, ਉਹਦੀ ਮਾਂ ਨੇ ਦੱਸਿਆ ਵੀ ਸਾਰਾ ਚੱਕਣ ਤੇਰਾ ਇਹਨਾਂ ਨੇ ਚੱਕਿਆ ਸੀ, ਤਾਂ ਫਿਰ ਉਹਨੇ ਵੀ ਇਸ ਗੱਲ ਦੀ ਲੱਜ ਪਾ ਲਈ। ਉਹਦਾ ਨਾਂ ਕੀ ਸੀ? ਉਹਦਾ ਨਾਂ ਦਾ ਨਹੀਂ ਪਤਾ। ਅੱਛਾ। ਆਪਣੀ ਉਮਰ ਕਿੰਨੀ ਸੀ ਉਦੋਂ? ਉਦੋਂ ਮੇਰੀ ਉਮਰ ਹੈਗੀ ਸੀ 10-11 ਸਾਲ ਦੀ। ਅੱਛਾ, ਤੁਹਾਡੇ ਤੋਂ ਫਿਰ ਬੜਾ ਸੀ। ਬੜਾ ਸੀ, ਉਹ ਸੂਬੇਦਾਰ ਸੀ। ਠੀਕ ਆ। ਆਪਣੀ ਬਰਾਦਰੀ ਕਿਹੜੀ ਹੈ ਜੀ? ਬੜਾ ਰਾਣੇ। ਰਾਣੇ। ਹਾਂ। ਅੱਛਾ। ਆਪਣੇ ਜਿਹੜੇ ਆਲੇ ਦੁਆਲੇ ਪਿੰਡ ਕਿਹੜੇ ਸੀ ਉੱਥੇ? ਉੱਥੇ ਹੈਗਾ ਸੀ ਜਗਦੇ, ਅੱਛਾ। ਰਪਾਲਾਂ, ਛੀਨੇ, ਅੱਛਾ। ਚਗਾਵਾਂ, ਅੱਛਾ। ਲੋਪੋਕੇ, ਅਜਨਾਲਾ ਤਹਿਸੀਲ ਦੇ ਵਿੱਚ ਸੀ। ਇਹ ਆਲੇ ਦੁਆਲੇ ਪਿੰਡ ਸੀ। ਇਹ ਆਲੇ ਦੁਆਲੇ ਪਿੰਡ ਸੀ। ਇਹ ਜਿਹੜਾ ਸੀ ਰਾਮ ਤੀਰਥ, ਇਹ ਬਹੁਤ ਇੱਕ ਵੱਡਾ ਇਹਨਾਂ ਦੀ ਆਰਾਮਗਾਹ ਸੀ। 2.5 ਟੱਪ ਦੱਸਦੇ ਨੇ ਵੀ ਹਨੂੰਮਾਨ ਨੇ ਲਾਏ ਨੇ ਉਹ ਤਲਾਅ ਦੇ, ਅੱਛਾ। ਯਾਨੀ 2 ਐ ਨੂੰ ਤੇ 1 ਐ ਨੂੰ। ਅੱਛਾ। ਉਹਦੇ 4 ਚਫੇਰੇ, ਕੋਈ ਜ਼ਮੀਨ ਕੋ ਖੇਤੀਬਾੜੀ ਕੋਈ ਨਹੀਂ ਸੀ। ਰੜਾ ਮੈਦਾਨ ਸੀ ਜਿਸ 'ਚ ਮੜੇ ਤੇ ਅਕਰੀਰ, ਜੰਡ, ਇਹ ਚੀਜ਼ਾਂ ਹੁੰਦੀਆਂ ਸੀ। ਜਦੋਂ ਬਾਰਿਸ਼ ਪੈਂਦੀ ਸੀ ਉਹ 4 ਚਫੇਰਿਆਂ ਫਿਰ ਪਾਣੀ ਰੁੜ ਕੇ ਉਹਦੇ ਵਿੱਚ ਪੈਂਦਾ ਸੀ। ਉਹਦੇ 4 ਚਫੇਰੇ ਤਲਾਅ ਲੱਗਾ ਸੀ। ਉਹ ਇਹ ਲੋਕ ਜਿਹੜੇ ਸੀ ਇਹ ਨਹਾਉਣ ਜਾਂਦੇ ਸੀ ਗੜਵੀਆਂ ਦੇ ਨਾਲ। 4 ਪੌੜੀਆਂ ਲੱਗੀਆਂ ਸੀ, 12 ਪੌੜੀਆਂ। ਤੇ ਇਹ ਫਿਰ ਜਦੋਂ ਪੈਸੇ ਵੀ ਸੁੱਟਦੇ ਸੀ, ਅਸੀਂ ਆਪ ਖੁਦ ਜਾਂਦੇ ਸਾਂ। ਅੱਛਾ। ਅਸੀਂ ਆਪ ਜਾਂਦੇ ਸਾਂ ਜਦੋਂ ਪੌੜੀਆਂ ਨੀਵੀਆਂ ਹੋਈਆਂ ਨੇ ਪਾਣੀ ਦੇ ਨਾਲ, ਉਦੋਂ ਪੈਸੇ ਲੱਭ ਗਏ, ਦਵਾਨੀਆਂ, ਚਵਾਨੀਆਂ, ਧੇਲੇ, ਦੰਬੜੀਆਂ ਅਸੀਂ ਲੈ ਕੇ ਆਉਂਦੇ ਸਾਂ। ਅੱਛਾ। ਏਡਾ ਉਹ ਜਿਹੜੇ ਨਜ਼ਰਾਨਾ ਸੁੱਟਦੇ ਹੋਣੇ ਆ ਨਾ, ਹਾਂਜੀ, ਉਹ ਪਾਣੀ ਥੱਲੇ ਹੋਏ ਤੁਸੀਂ ਚੱਕ ਲੈਂਦੇ ਹੋਣੇ ਆ। ਇਹ ਦੱਸਦੇ ਨੇ ਕਿ ਇੱਥੇ ਕਿਸੇ ਵਕਤ ਸੀਤਾ ਲక్ష్ਮੀ ਉਹਨਾਂ ਕੱਢ ਕੇ ਲਿਆਂਦੀ ਸੀ। ਇਹਨਾਂ ਸਿੱਖਾਂ ਦੀ ਕੋਈ ਬਹੁਤ ਵੱਡੀ ਅੰਬਾਜ਼ਗਾਹ ਵਾ, ਉੱਥੇ ਰਹੇ। ਬਹੁਤ ਵੱਡਾ ਇਹ ਦਰਬਾਰ ਹੈ ਇਹਨਾਂ ਦਾ। ਠੀਕ ਆ। ਕਾਫੀ ਚਿਰ ਰਹੇ ਨੇ ਉੱਥੇ। ਸੀਤਾ ਲక్ష్ਮੀ, ਰਾਮ ਤੀਰਥ ਵਾਲੇ ਕਲੇਰ ਬੜੇ ਮਸ਼ਹੂਰ ਮਰੂਫ ਨੇ, ਕਿਉਂ ਤੀਰਥ ਇਹਨਾਂ ਦਾ ਯਾਨੀ ਸਗਨ ਸ਼ਨਕਨ ਕਰਨ ਵਾਲੇ, ਠੀਕ ਆ। ਇਹ ਇਹਨਾਂ ਦੀ ਚੀਜ਼ ਆ। ਅੱਛਾ ਬਾਬਾ ਜੀ, ਆਪਣੇ ਜਿਹੜੇ ਪਿੰਡ ਦੇ ਵਿੱਚ ਬਾਕੀ ਬਰਾਦਰੀਆਂ ਰਹਿੰਦੀਆਂ ਸੀ, ਉਹਨਾਂ ਨਾਲ ਤੁਹਾਡਾ ਕਿੱਦਾਂ ਵਸੇਬ ਸੀਗਾ? ਬਹੁਤ ਸੋਹਣਾ ਸਾਡਾ ਵਸੇਬ ਸੀ। ਦੱਸੋ। ਵਸੇਬ ਸਾਡਾ ਐਡਾ ਸੀ ਵੀ ਅਸੀਂ ਇਕੱਠਿਆਂ ਰਹਿਣਾ, ਇਕੱਠਿਆਂ ਬਹਿਣਾ, ਕਿਸੇ ਨਾਲ ਲੜਾਈ ਵੜਾਈ ਸਾਡੀ ਕੋਈ ਨਹੀਂ ਸੀ। ਆਣ ਜਾਣ ਸਾਡਾ ਇਹੋ ਸਾਰਾ ਸੀ। ਹੁਣ ਜਦੋਂ ਅਸੀਂ ਆਉਣ ਲੱਗੇ ਆ ਤੇ ਉਹ ਜਿਹੜਾ ਰਾਮ ਤੀਰਥ ਵਾਲਾ ਹੈਗਾ ਸੀ ਨਾ ਤਲਾਅ, ਉਹਦੀ ਮਿੱਟੀ ਕੱਢਣ ਲੱਗੇ ਸੀ। ਅੱਛਾ। ਤੇ ਉਹ ਫਿਰ ਵਾਰੀ ਪਿੰਡਾਂ ਦੀ ਵਾਰੀ ਆਉਂਦੀ ਸੀ ਤੇ ਉਹਦੇ ਵਿੱਚੋਂ ਸੋਨੇ ਦੀਆਂ, ਚਾਂਦੀ ਦੀਆਂ ਚੀਜ਼ਾਂ ਇਹ ਲੋਕ ਸੁੱਟਦੇ ਸੀ। ਉਹ ਕਈਆਂ ਲੱਭਦੀਆਂ, ਕਈ ਨਹੀਂ ਲੱਭਦੀਆਂ। ਫਿਰ ਲੱਭਦਿਆਂ ਇੱਕ ਦਿਨ ਸਾਡੀ ਵਾਰੀ ਆ ਗਈ। ਤੋ ਗੋਪਾਲ ਸਿੰਘ ਹੈਗਾ ਸੀ ਲੰਬੜਦਾਰ, ਉਹਨੂੰ ਪਤਾ ਲੱਗਾ ਕਿ ਕੁਛ ਸਿੱਖ ਸ਼ਰਾਰਤ ਕਰਨ ਲੱਗੇ ਆ। ਉਹਨਾਂ ਕਿਹਾ ਜਿੰਨੇ ਕਲੇਰਾਂ ਦੇ ਬੰਦੇ ਆ ਨਾ ਸਾਰੇ ਬਾਹਰ ਨਿਕਲ ਜਾਓ। ਉਹਨੇ ਆਖਿਆ ਇੱਥੇ ਬੰਬ ਹੋ ਜਾਣਾ ਤੇ ਇਸ ਕਰਕੇ ਉੱਡ ਜਾਣ ਸਾਰੇ। ਉਹ ਫਿਰ ਘਰ ਆ ਗਏ ਸਾਰੇ, ਕੋਈ ਬੰਦਾ ਲੈ ਗਿਆ। ਯਾਨੀ ਇੰਨਾ ਕਤਫਾਕ ਸੀ। ਗੋਪਾਲ ਸਿੰਘ ਆਪਣੇ ਜੀਆਂ ਤਰ੍ਹਾਂ ਹੀ ਤੁਹਾਨੂੰ ਫਿਰ ਆਵਾਜ਼ ਨਾ ਕੱਢੀ। ਬਿਲਕੁਲ ਉਸ ਤਰ੍ਹਾਂ ਰੱਖਿਆ। ਅਸੀਂ ਆਏ ਆ ਇਹਨਾਂ ਉੱਤੇ, ਅਸੀਂ ਆਏ ਇੱਥੇ ਲਾਹੌਰ ਵਾਲਡਨ ਸਕੂਲ ਜਿਹੜਾ ਵਾ, ਉੱਥੇ ਜਿਉਂ ਟਰੱਕ ਇਹਨਾਂ ਸ਼ੁਰੂ ਕੀਤੇ ਨੇ, ਇਹਨਾਂ ਉੱਥੇ ਲਿਆ ਕੇ ਸਾਨੂੰ ਲਾਇਆ। ਉੱਥੇ ਫਿਰ ਸਾਨੂੰ ਅੰਨ ਪਾਣੀ ਰੋਟੀ ਹਰ ਸ਼ੈ ਸਾਨੂੰ ਮਿਲਦੀ ਰਹੀ ਆ। ਸਾਡਾ ਇੱਕ ਤੀਲੇ ਦਾ ਨੁਕਸਾਨ ਨਹੀਂ ਕੀਤਾ ਇਹਨਾਂ ਨੇ ਪਿੰਡ ਵਾਲਿਆਂ। ਅੱਛਾ, ਪਿੰਡ ਦੇ ਵਸੇਬ ਦੀ ਕੋਈ ਗੱਲਬਾਤ ਸੁਣਾਓ ਜਦੋਂ ਉੱਥੇ ਰਹਿੰਦੇ ਹੁੰਦੇ ਸੀਗੇ। ਉਦੋਂ ਏਡੀ ਉਮਰ ਦੇ 10 ਸਾਲ 11 ਸਾਲ ਦੀ ਉਮਰ ਦੇ ਵਸੇਬ ਕੀ ਦੱਸੀਦਾ ਨਾ। ਬਜ਼ੁਰਗਾਂ ਨੇ ਆ ਕੇ ਇੱਥੇ ਬੰਦਾ ਫਿਰ ਜਦੋਂ ਉੱਥੋਂ ਉੱਜੜ ਕੇ ਆ ਗਏ ਸੀ ਫਿਰ ਤਾਂ ਬਹੁਤਾ ਯਾਦ ਕਰਦੇ ਹੋਣੇ ਆ, ਫਿਰ ਤੁਹਾਨੂੰ ਵੀ ਦੱਸਦੇ ਹੋਣੇ ਆ। ਹਾਂਜੀ, ਉਹ ਦੱਸੋ। ਉਹ ਇਹ ਗੱਲ ਆ ਵੀ ਕਈਆਂ ਦੇ ਪੈਗਾਮ ਆਏ ਸਾਨੂੰ ਵੀ ਆਓ। ਉਹ ਸਾਡੇ ਫਿਰ ਵੱਡਗੇ ਸੀ ਜਿਹੜੇ, ਮੇਰਾ ਵਾਲਦ ਸੀ, ਬਾਪ ਸੀ, ਚਾਚਾ ਸੀ, ਭਰਾ ਸੀ, ਉਹ ਹੌਲੀ ਸਾਰੇ ਫੌਤ ਹੋ ਗਏ। ਉਹ ਅਸੀਂ ਉਹਨਾਂ ਨੂੰ ਜਾਣਦੇ ਹੁੰਦੇ ਤੇ ਸਾਡੀ ਉਹਨਾਂ ਨੇ। ਨਹੀਂ ਉਹ ਤਾਂ ਚਲੋ ਠੀਕ ਆ, ਲੇਕਿਨ ਜਦੋਂ ਇੱਥੇ ਆ ਕੇ ਬੰਦਾ ਇੱਕ ਨਵੀਂ ਜਗ੍ਹਾ ਆ ਕੇ ਵੱਸਦਾ ਆ, ਨਵਾਂ ਵਸੇਬ ਆ, ਪਿੱਛੇ ਸਦੀਆਂ ਤੋਂ ਰਹਿੰਦੇ ਆਏ ਆ, ਉਹਨਾਂ ਲੋਕਾਂ ਨਾਲ ਤੁਹਾਡਾ ਭਾਈਚਾਰਾ ਵੀ ਸੀਗਾ, ਤੇ ਉਹਨੂੰ ਯਾਦ ਕਰਕੇ ਬਜ਼ੁਰਗ ਫਿਰ ਆਪਣਾ ਇੱਕ ਤਾਂ ਹੋਕਾ ਹਾਵਾਂ ਤਾਂ ਲੈਂਦੇ ਹੋਣੇ ਨਾ ਵੀ ਉੱਥੇ ਅਸੀਂ ਇੱਦਾਂ ਸੀ। ਉਹ ਗੱਲਾਂ ਬਾਤਾਂ ਪੁੱਛਦੇ ਆ ਵੀ ਉਹ ਕੀ ਦੱਸਦੇ ਹੁੰਦੇ ਸੀ। ਉਹ ਦੱਸਦੇ ਹੁੰਦੇ ਸੀ ਵੀ ਜਿਸ ਵਕਤ ਵੀ ਇਹਨਾਂ ਦੇ ਨਾਲ ਸਾਡਾ ਕੋਈ ਵਸੇਬ ਜਾਂ ਝਗੜਾ ਹੋਣਾ ਨਾ, ਸਾਰਿਆਂ ਬੰਦਿਆਂ ਨੇ ਲੱਭਰ ਚੌਂਕ ਹੁੰਦੇ ਸੀ ਉੱਥੇ ਬਣੇ, ਹਾਂਜੀ,
ਚੌਂਕ 'ਚ ਇਕੱਠੇ ਹੋਏ ਨੇ, ਸਾਰੀ ਸੱਥ ਇਕੱਠੀ ਹੋਈ ਨਹੀਂ, ਸੱਥ ਕਹਿਣਾ ਜਾਂ ਪਰੇ ਕਹਿ ਲਓ, ਉੱਥੇ ਬਹਿ ਕੇ ਇਨਸਾਫ ਕਰ ਹੈਂ ਦਰਵਾਜ਼ਾ ਕਹਿਣਾ। ਉਹ ਸਾਰੇ ਜਿਹੜੇ ਬੰਦੇ ਹੁੰਦੇ ਸੀ ਨਾ, ਝੂਠੇ ਨੂੰ ਝੂਠਾ, ਸੱਚੇ ਨੂੰ ਸੱਚਾ, ਕਿ ਨਿਆਂਈ ਕਾਲੇ ਕਿਸੇ ਨੂੰ ਡੰਡ ਪਾ ਦੇਣਾ ਵਾ, ਬਿਲਫਰਜ਼ ਕਿਸੇ ਦੇ ਪੱਠੇ ਵੱਢ ਲੈਣੇ ਕਿਸੇ ਨੇ, ਤਾਂ ਉਹਨਾਂ ਆਖਣਾ ਜੀ ਮੇਰੇ ਪੱਠੇ ਵੱਢਦੇ ਆ, ਉਹਨੇ ਕਹਿਣਾ ਇਹਨੂੰ ਔਫਲਾ ਨਿਸ਼ਾ ਦੇ ਦਿਓ, ਲੰਬੜਦਾਰਾਂ ਆਖਣਾ ਜੋ ਸਾਡੇ ਵੱਢ ਲਓ। ਯਾਨੀ ਇਤਫਾਕ ਇੰਨਾ ਕਰਿਆ ਸਾਡਾ ਜਿਹਦਾ ਹਿਸਾਬ ਕੋਈ ਨਹੀਂ ਗਾ। ਜੇ ਬੇਇਤਫਾਕੀ ਹੁੰਦੀ ਤਾਂ ਅਸੀਂ ਉਸ ਨਿਕਲਦੇ ਕਿਉਂ? ਅਸੀਂ ਇੱਥੇ ਪਿੰਡ 45 ਆਏ ਆ, ਪਿੰਡ 45 ਆਣ ਕੇ ਅਸੀਂ ਰਜਾਈਆਂ ਤਲਾਈਆਂ ਬਿਸਰੇ ਸਾਰੇ ਅਸੀਂ ਹਦੇੜੇ ਆ, ਦੁਬਾਰਾ ਅਸੀਂ ਉਹ ਰੂਮ ਬਣਾਇਆ ਵਾ। ਯਾਨੀ ਦੇਗ ਮੱਟੀ ਘੜਾ ਮੇਰੇ ਵਾਲਦ ਦਾ ਜਹੇਜ਼ ਸੀ, ਅਸੀਂ ਲਾਹੌਰ ਆਣ ਕੇ ਵੇਚਿਆ, ਵੇਚ ਕੇ ਤਾਂ ਅਸੀਂ ਸਮੁੰਦਰੀ ਦਾ ਟਰੱਕ ਕਰਾਇਆ, ਫਿਰ ਅਸੀਂ ਐ ਨੂੰ ਆਏ ਹਾਂ। ਯਾਨੀ ਅੱਛਾ, ਉੱਥੇ ਉਦੋਂ ਜਿਹੜੀ ਪਰਿਆ ਪੰਚਾਇਤ ਦੀ ਤੁਸੀਂ ਗੱਲ ਦੱਸਦੇ ਆ, ਜਿੱਦਾਂ ਇੱਥੇ ਵੀ ਆਪਣੇ ਕੁਝ ਸਾਲ ਪਹਿਲੇ ਤੱਕ ਇਹ ਚੱਲਦਾ ਰਿਹਾ, ਹੁਣ ਤਾਂ ਥਾਣੇ ਕਚਹਿਰੀਆਂ ਲੋਕ ਭੱਜ ਪੈਂਦੇ, ਉਦੋਂ ਨਹੀਂ ਸੀ, ਉਦੋਂ ਪਿੰਡ ਦੀ ਕੋਈ ਪਰਿਆ ਪੰਚਾਇਤ ਹੀ ਕੰਮ ਨਿਬੇੜਦੀ ਹੁੰਦੀ ਸੀ। ਤਾਂ ਜੇ ਕਿਸੇ ਨੇ ਕੋਈ ਵਾਧਾ ਘਾਟਾ ਕਰਨਾ, ਕਿਸੇ ਦਾ ਮੂੰਹ ਕਾਲਾ ਕਰਕੇ ਖੋਤੇ ਤੇ ਬਿਠਾ ਕੇ ਘੁਮਾ ਦੇਣਾ, ਜਾਂ ਕੋਈ ਕਹਿਣਾ ਵੀ ਤੂੰ 3 ਮਹੀਨੇ ਪਿੰਡ ਨਹੀਂ ਵੜਨਾ, ਤੈਨੂੰ ਪਿੰਡ 'ਚ ਨਹੀਂ ਇਜਾਜ਼ਤ ਹੈਗੀ, ਉੱਦਾਂ ਦੇ ਵੀ ਸੀਨ ਹੁੰਦੇ ਸੀ। ਉੱਦਾਂ ਦੇ ਵੀ ਹੈਗੇ ਸੀ ਹੁੰਦੇ, ਜਿੰਨੇ ਬਹੁਤੀ ਜ਼ਿਆਦਤੀ ਕਰਨੀ ਆ ਜਾਂ ਕਿਸੇ ਧੀ ਭੈਣ ਨਾਲ ਜ਼ਿਆਦਤੀ ਕਰਨੀ ਆ, ਉਹਨੂੰ ਕਹਿਣਾ ਕਾਲਾ ਮੂੰਹ ਕਰਕੇ ਇਹਨੂੰ ਬਾਹਰ ਕੱਢ ਦਿਓ, ਛਿੱਤਰਾਂ ਬਾਹਰ ਕੱਢ ਦਿਓ। ਇਹ ਸਭ ਤੋਂ ਬੜੀ ਸਜ਼ਾ ਹੁੰਦੀ ਸੀ, ਬੜੀ ਵੱਡੀ ਸਜ਼ਾ ਹੁੰਦੀ ਸੀ। ਕਾਲਾ ਮੂੰਹ ਕਰਨਾ ਇਹ ਥੋੜੀ ਗੱਲ ਨਹੀਂ, ਬੜੀ ਗੱਲ, ਮਾਰੀ ਦਾ ਉੱਦਾਂ ਹੀ ਬੰਦਾ ਮਾਰੇ ਜਾਂਦਾ ਹੁੰਦਾ ਸੀ ਜੀ। ਹੁਣ ਤਾਂ ਇਹ ਚੀਜ਼ ਨੂੰ ਸਮਝਦੇ ਕੁਝ ਨਹੀਂ, ਲੇਕਿਨ ਉਹਨੇ ਕਰਦੇ ਵੀ ਨਹੀਂ ਇਹ, ਕਰਦੇ ਵੀ ਨਹੀਂ ਹੈਗੇ। ਤੇ ਅੱਗੇ ਇਹ ਚੀਜ਼ਾਂ ਕੋਈ ਨਹੀਂ ਸੀ। ਤੇ ਉੱਦਾਂ ਹੁਣ ਤਾਂ ਇਹ ਹਾਲਾਤ ਹੋਏ ਆ, ਚੋਰ ਕਚਹਿਰੀਆਂ ਚੋਂ ਨਿਕਲਦਾ ਆਇਆ ਤੇ ਐ ਵਿਕਟੀ ਦਾ ਨਿਸ਼ਾਨ ਬਣਾਦਾ ਵੀ ਮੈਂ ਬੜਾ ਫਤਿਹਯਾਬ ਹੋ ਗਿਆ। ਤਾਂ ਉਦੋਂ ਤਾਂ ਸ਼ਰਮ ਦੇ ਮਾਰੇ ਕਈ ਮਹੀਨੇ ਪਿੰਡ 'ਚ ਨਹੀਂ ਸੀ ਵੜਦੇ ਹੁੰਦੇ। ਹੁਣ ਤੇ ਜੀ ਇੱਥੋਂ ਤੱਕ ਸੀ ਹੋਏਗਾ ਸੀ ਕਿ ਕਿਸੇ ਨੇ ਕੁਝ ਕਹਿਣਾ ਨਾ, ਤੇ ਉਹ ਕਿਸੇ ਨੂੰ ਝਿੜਕਿਆ ਹੋਣਾ, ਆਖਣਾ ਓਏ ਇੱਧਰ ਆ ਇਹਦੇ ਛਿੱਤਰ ਮਾਰ ਚਾਰ, ਉਹ ਦੂਸਰੇ ਬੰਦੇ ਨੇ ਫਰੀਕ ਨੇ ਉਹਦੀ ਛਿੱਤਰ ਮਾਰਨੇ ਚਾਰ, ਚੌਰੀ ਚਾ ਠੀਕ ਹੈ ਰਾਜੀ ਕਰ ਦੇਣੇ, ਕਰ ਦੇਣਾ ਬਸ, ਰਾਜੀ ਬਾਜੀ ਜੱਫੀ ਪਾਲਣੀ, ਵਾਹਿਗੁਰੂ ਦੀ ਫਤਿਹ ਜੀ, ਵਾਹਿਗੁਰੂ ਦੀ ਫਤਿਹ ਜੀ, ਬਸ ਇਹ ਕਰਕੇ ਨਾ। ਅੱਛਾ ਜੀ, ਉੱਥੋਂ ਫਿਰ ਤੁਸੀਂ ਇੰਨੇ ਹੱਸਦੇ ਵਸਦੇ ਘਰਾਂ ਚੋਂ ਨਿਕਲ ਕੇ ਆਏ ਆ, ਤੇ ਫਿਰ ਉੱਥੋਂ ਤੁਸੀਂ ਕਿੱਧਰ ਨੂੰ ਰੁੱਖ ਕੀਤਾ ਨਿਕਲ ਕੇ? ਅਸੀਂ ਉੱਥੋਂ ਨਿਕਲ ਕੇ ਰਾਵੀ ਦਾ ਰੁੱਖ ਕਰਨ ਲੱਗੇ ਸਾਂ, ਤੇ ਰਾਵੀ ਵੱਲ ਆਏ, ਤੇ ਸਾਡੇ ਕੁਝ ਬੰਦੇ ਸੀ, ਉਹਨਾਂ ਪੈਸੇ ਪਾ ਲਏ, ਆਪਣੀਆਂ ਬਾਂਸਲੀਆਂ ਹੁੰਦੀਆਂ ਸੀ ਚੰਮ ਦੀਆਂ, ਐਂ ਕਰਕੇ ਨਾ ਬੰਨ੍ਹ ਲੈਣੀਆਂ। ਹੁਣ ਤੇ ਹੈਗਾ ਨਾ ਬੜਾ ਕੁਝ ਹੁੰਦਾ, ਉਹ 'ਚ ਪੈਸੇ ਪਾ ਲੈਣੇ। ਜਦੋਂ ਰਾਵੀ ਕ੍ਰਾਸ ਕਰ ਇੱਕ ਤਾਂ ਸਲੂਕੇ ਹੁੰਦੇ ਆ, ਨਹੀਂ ਸਲੂਕੇ ਨਹੀਂ, ਇਹ ਪੱਟੀ ਹੁੰਦੀ ਆ, ਪੱਟੀ 'ਚ ਪੈਸੇ ਪਾ ਕੇ ਤੇ ਐਂ ਕਰਕੇ ਬੰਨ੍ਹ ਲੈਣੇ, ਉਹਨੂੰ ਕਹਿੰਦੇ ਨੇ ਬਾਂਸਲੀ। ਇੱਧਰ ਹੈ ਨਹੀਂ ਕੋਈ ਵੀ, ਪਟਾ ਹੀ ਸਮਝੋ ਇੱਕ ਕਿਸਮ ਦਾ ਬੈਲਟ। ਤੇ ਉਹ ਫਿਰ ਜਦੋਂ ਕਈ ਖੂਹ ਐਸੇ ਸੀ ਜਿਹੜੇ ਭਰੇ ਪਏ ਸੀ ਲਾਸ਼ਾਂ ਨਾਲ, ਕਈਆਂ ਔਰਤਾਂ ਬੱਚੀਆਂ ਜਵਾਨਾਂ ਨੇ ਖੂਹ ਛਾਲਾਂ ਮਾਰਦੀਆਂ ਆਪਣੀ ਇੱਜ਼ਤ ਤੋਂ, ਛਾਲਾਂ ਮਾਰੀਆਂ ਆਪਣੀ ਇੱਜ਼ਤ ਬਚਾਉਣ ਦੀ ਖਾਤਰ। ਇੱਕ ਸਾਡੇ ਉੱਥੇ ਵਾਕਿਆ ਹੋਇਆ ਸੀ, ਰਾਵੀ ਕ੍ਰਾਸ ਕਰਨ ਲੱਗਾ ਤੇ ਅੱਧ ਟੱਪ ਕੇ ਆ ਗਿਆ ਬੰਦਾ, ਉਹਦੇ ਕੋਲ ਪੈਸੇ ਸੀ, ਉਹਦਾ ਨਾਂ ਸੀ ਸ਼ੇਰਾ ਸੀ, ਤੇ ਪਿੱਛੇ ਰਹਿ ਗਿਆ ਖੇੜਾ, ਸ਼ੇਰਾ ਖੇੜਾ ਹੀਰਾ, ਇਹ ਨਾਂ ਹੁੰਦੇ ਸੀ ਪੁਰਾਣੇ ਦੇਸੀ, ਹੁਣ ਨਹੀਂ, ਹੁਣ ਸ਼ੇਰਾ ਚੂੜਾ ਦਾ ਰੱਖ ਲਿਆ, ਖੇੜਾ ਕੋਈ ਨਹੀਂ ਨਾ ਰੱਖਦੇ। ਬੱਲਾ ਭੱਲਾ ਲੱਲਾ ਝੱਲਾ ਇਹ ਨਾਂ ਹੁੰਦੇ ਸੀ, ਲੰਬਰਵਾਰ ਪੰਬੂ ਤੇ ਰੂੜਾ ਕੂੜਾ ਜੀਵਾ ਚੂੜਾ, ਇਹ ਨਾਂ ਹੁੰਦੇ ਸਾਡੇ। ਤੇ ਬੱਚੀਆਂ ਦੇ ਨਾਂ ਰੂੜੀ, ਇੱਦਾਂ ਕਰੇ ਨਾਂ ਹੁੰਦੇ ਸੀ। ਤੇ ਉਹ ਉਹਨੂੰ ਸਿੱਖ ਪਛਾਣ ਪਏ, ਸਿੱਖ ਨੂੰ ਮਾਰਨ ਲੱਗੇ, ਤੇ ਉਹ ਕਹਿੰਦਾ ਕਿ ਉਹ ਸ਼ੇਰਿਆ, ਤੇਰਾ ਨਾਂ ਤਾਂ ਮੈਂ ਸ਼ੇਰਾ ਰੱਖਿਆ ਸੀ, ਤੇ ਤੇਰੇ ਸਾਹਮਣੇ ਮੈਨੂੰ ਮਾਰਨ ਲੱਗੇ ਨੇ ਸਿੱਖ। ਉਹਨੇ ਨਹੀਂ ਵੇਖਿਆ ਕਿ ਉਹਨਾਂ ਕੋਲ ਕੁਰਬਾਨ ਹੁੰਦੇ ਸੀ ਤਲਵਾਰ ਵਰਗੇ। ਉਹਨੇ ਉੱਥੋਂ ਹੀ ਛਾਲ ਮਾਰ ਕੇ ਫਿਆਂ ਆ ਗਿਆ। ਉਹਨੂੰ ਪਤਾ ਹੈ ਵੀ ਮੈਂ ਇਕੱਲਾ ਵਾਂ, ਤੇ ਇਹ 4 ਜਾਣੇ ਆ, ਤੇ ਮੇਰੇ ਕੋਲ ਵੀ ਕੁਝ ਨਹੀਂ ਗਾ। ਜਦੋਂ ਭਰਾ ਕੋ ਗਿਆ ਵਾ, ਉਹਨੇ ਵੜਤਾ ਫੜ ਕੇ, ਖਤਮ ਕਰਤਾ। ਇੱਥੋਂ ਤਾਈਂ ਸਿੱਧਕ ਭਰਾਵਾਂ ਦਾ ਯਕੀਨ ਅਮਾਨ ਹੁੰਦਾ ਸੀ, ਹੁਣ ਨਹੀਂ। ਖੂਨ ਸੀ ਨਾ ਆਪਣਾ, ਖੂਨ। ਅਸਲ ਉਹ ਟਾਈਮ ਇੰਨਾ ਮਾੜਾ ਆਇਆ ਸੀ, ਉਦੋਂ ਕੋਈ ਬੰਦਾ, ਕਿਆਮਤ ਦਾ ਮੰਜ਼ਰ ਸੀ, ਆਪਣੀ ਪਈ ਸੀ, ਹਰ ਬੰਦਾ ਆਪਣੀ ਜਾਨ, ਲੇਕਿਨ ਉਹਦੇ ਬਾਵਜੂਦ ਵੀ ਉਹਨੇ ਭਰਾ ਨੂੰ ਬਚਾਉਣ ਲਈ ਆਪਣੀ ਜਾਨ ਦਿੱਤੀ। ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਆ, ਬੰਨੇ ਤੋਂ ਮੁੜ ਕੇ ਆ ਗਏ। ਹਾਲਾਂਕਿ ਉਹ ਨਿਕਲ ਚੁੱਕਾ ਸੀ, ਉਹਨਾਂ ਦੀ ਰੇਂਜ ਚੁੱਕਾ ਸੀ, ਉਹ ਸਾਰੇ ਪੈਸੇ ਉਹਦੇ ਕੋਲ ਸੀ, ਟੂਮਾ ਉਹਦੇ ਕੋਲ ਸੀ,
ਹਰ ਚੀਜ਼ ਕੋਲ ਸੀ। ਉਹਨੇ ਆਖਿਆ ਮੇਰੇ ਭਰਾ ਨੇ ਆਵਾਜ਼ ਮਾਰੀ ਆ, ਉਹ ਤੇਰਾ ਨਾਮ ਸ਼ੇਰਾ ਰੱਖਿਆ ਹੈ। ਉਹ ਸ਼ੇਰੇ ਦੀ ਜਿਹੜੀ ਜ਼ੁਬਾਨ ਗੱਲ ਆ ਨਾ, ਉਹ ਉਹਨੂੰ ਖਾ ਗਈ। ਸਹੀ ਗੱਲ ਆ। ਅੱਛਾ, ਜਦੋਂ ਤੁਸੀਂ ਆਪਣੇ ਪਿੰਡੋਂ ਨਿਕਲੇ ਆ, ਉਹ ਜਿਹੜੇ ਉੱਥੇ ਦੇ ਵਸੇਬ ਦੇ ਸੀਗੇ ਲੋਕ ਜਿਹੜੇ ਉੱਥੇ ਹੀ ਰਹਿ ਗਏ, ਉਹਨਾਂ ਨੇ ਤੁਹਾਨੂੰ ਕਿੱਦਾਂ ਵਿਦਾ ਕੀਤਾ? ਉਹਨਾਂ ਰੋ ਰੋ ਕੇ ਵਿਦਿਆ ਕੀਤਾ। ਅੱਛਾ ਔਰ ਸਾਡੇ 4 ਜੀ ਰਹਿ ਵੀ ਗਏ ਸੀ, ਅੱਛਾ ਪੂਰੇ ਟਰੱਕਾਂ 'ਚ ਨਹੀਂ ਸੀ ਆਏ। ਤੇ ਉਹਨਾਂ ਫਿਰ ਆਖਿਆ ਵੀ ਇਹ 4 ਜਨਾਨੀਆਂ ਰਹਿ ਗਈਆਂ ਸੀ। ਤੇ ਉਹਨਾਂ ਆਖਿਆ ਇਹ ਔਰਤਾਂ ਮੁਸਲਿਮ ਰਹਿ ਗਈਆਂ ਨੇ। ਸਰਦਾਰਾਂ ਨੂੰ ਕਹਿਣ ਲੱਗੇ ਅਗਰ ਕੋਈ ਇਹਨਾਂ 'ਚੋਂ ਕੋਈ ਜਨਾਨੀ ਤੇ ਨੁਕਸਾਨ ਹੋ ਗਿਆ ਤੇ ਆ ਲੂਸ ਗੰਨਾ ਹੈਗੀਆਂ ਛੱਡਣਾ ਨਹੀਂ। ਉਹ ਆਖਣ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਫਤਿਹ, ਅਸੀਂ ਇਹ ਕੰਮ ਨਹੀਂ ਕਰਾਂਗੇ, ਸਾਰੀ ਰਾਤ ਪਹਿਰਾ ਦੇਵਾਂਗੇ, ਇਹਨਾਂ ਬੀਬੀਆਂ ਦੀ ਅਸੀਂ ਹਿਫਾਜ਼ਤ ਕਰਾਂਗੇ। ਬੜੀ ਗੱਲ। ਹਾਂ, ਅਗਲੇ ਦਿਨ ਫਿਰ ਆਣ ਕੇ ਲੈ ਕੇ ਗਏ। ਤੁਹਾਡੇ ਵਸੇਬ ਦੇ ਕਿਸੇ ਬੰਦੇ ਨੇ ਤਾਂ ਤੁਹਾਡਾ ਕੋਈ ਨੁਕਸਾਨ ਨਹੀਂ ਕੀਤਾ? ਨਾ ਨਾ, ਹਾਂ ਕੋਈ ਨੁਕਸਾਨ ਨਹੀਂ ਕੀਤਾ। ਅਸੀਂ ਬਾਫਾਸ ਤੇ ਆਏ ਆ। ਅੱਛਾ ਸਾਡਾ ਸੂਈ ਵੀ ਨਹੀਂ ਇੱਕ ਗੁਆਚੀ ਕਲੀਅਰਾਂ ਪਿੰਡ ਵਾਲਿਆਂ ਦੀ। ਅੱਛਾ, ਰਾਹ ਦੇ ਵਿੱਚ ਫਿਰ ਤੁਸੀਂ ਵੱਢ ਟੋਕ ਉਦੋਂ ਦੇਖੀ ਆ, ਤੁਹਾਡੇ ਨਹੀਂ ਨੁਕਸਾਨ ਹੋਇਆ? ਇਹ ਰੱਬ ਦੀ ਕੁਦਰਤ ਸੀ। ਉਦੋਂ ਜਿੰਨੇ ਵਸੇਬ ਹੋਈ ਹੈ ਨਾ, ਇਹ ਮੀਂਹ ਨਹੀਂ ਹਟਿਆ। ਬਾਬਾ ਜੀ, ਅਗਰ ਮੀਂਹ ਨਾ ਪੈਂਦਾ ਤਾਂ ਜਿੰਨੀ ਵੱਢ ਟੋਕ ਹੋਈ ਸੀ, ਉਹ ਬੰਦੇ ਜਾਣੇ ਕਿੱਥੇ ਸੀਗੇ? ਇਹ ਵੀ ਰੱਬ ਨੇ ਕੋਈ ਸਬੱਬ ਬਣਾਇਆ ਸੀ, ਉਹ ਬਹਿ ਬੂ ਗਏ ਇੱਧਰ ਉੱਧਰ, ਨਹੀਂ ਤਾਂ ਬਿਮਾਰੀ ਬਹੁਤ ਫੈਲ 8 ਜਾਣੀ। ਮੀਲ 9 ਮੀਲ ਦਾ ਸੀ ਆਉਂਦੇ ਹਨ, ਤੇ ਕਾਫਲਾ ਇੱਦਾਂ ਵਿੱਚ ਰੱਖ ਕੇ ਤੁਰੇ ਆਉਂਦੇ ਸੀ ਲੋਕ, ਤੁਰੇ ਆਉਂਦੇ ਤੇ ਬੁੱਢੇ ਬੰਦੇ ਬੁੱਝੀਆਂ ਬਸ ਇੱਦਾਂ ਕਰਕੇ। ਤੇ ਆਹ ਜਿਹੜੇ ਜਾਨਵਰ ਆ, ਇਹ ਸਾਡੇ ਕੋਲ ਤੁਰੇ ਫਿਰਦੇ, ਇਹਨੂੰ ਕੋਈ ਫੜਦਾ ਕੋਈ ਨਹੀਂ ਸੀ। ਅੱਜ ਸਹਿ ਖਰਗੋਸ਼ ਇਹ ਚੀਜ਼ਾਂ, ਗਿੱਦੜ ਚੀਜ਼ਾਂ ਕੋਲ ਤੁਰੇ ਫਿਰਦੇ ਸੀ, ਕੋਈ ਨਹੀਂ ਸੀ ਫੜਦਾ ਇਹਨਾਂ ਨੂੰ। ਬਾਕੀ ਜ਼ਹਿਰ ਖੂਹਾਂ 'ਚ ਬੜੀ ਪਈ ਸੀ, ਪਾਣੀ 'ਚ ਬੜੀ ਪਈ ਸੀ, ਕੋਈ ਡਰਦਾ ਭੁੱਖਾ ਤੇ ਆ ਪਾਣੀ ਨਹੀਂ ਸੀ ਪੀਂਦਾ। ਇੰਨੀ ਕੁ ਜ਼ਿਆਦਤੀ ਦੂਸਰਿਆਂ ਲੋਕਾਂ ਨੇ ਕੀਤੀ ਆ, ਸਾਡੇ ਪਿੰਡ ਵਾਲਿਆਂ ਸਾਡੇ ਨਾਲ ਕੋਈ ਜ਼ਿਆਦਤੀ ਨਹੀਂ ਕੀਤੀ। ਇਹ ਜੀ ਅਸੀਂ ਜਿਸ ਬੰਦੇ ਕੋ ਵੀ ਪੁੱਛੀਦਾ ਆ, ਉਹ ਕਹਿੰਦਾ ਵੀ ਸਾਡੇ ਪਿੰਡ ਵਾਲਿਆਂ ਨੇ ਸਾਡਾ ਨੁਕਸਾਨ ਨਹੀਂ ਕੀਤਾ। ਅੱਜ ਤੱਕ ਸਾਨੂੰ ਇਹ ਚੀਜ਼ ਦੀ ਗਵਾਹੀ ਨਹੀਂ ਮਿਲੀ ਹੈਗੀ ਕਿ ਵਸੇਬ ਦੇ ਕਿਸੇ ਬੰਦੇ ਨੇ ਕਿਸੇ ਦਾ ਨੁਕਸਾਨ ਕੀਤਾ ਹੋਵੇ। ਇਹ ਤੋਂ ਸਾਫ਼ ਜ਼ਾਹਰ ਹੁੰਦਾ ਕਿ ਇਹ ਜਿਹੜੇ ਲੋਕ ਸੀ, ਇਹ ਹਾਇਰ ਕੀਤੇ ਗਏ ਸੀਗੇ ਲੋਕ, ਇਹਨਾਂ ਨੂੰ ਜੇਲ੍ਹਾਂ 'ਚੋਂ ਛੱਡਿਆ ਗਿਆ ਸੀਗਾ ਜਰਾਇਮ ਪੇਸ਼ਾ ਲੋਕਾਂ ਨੂੰ। ਔਰ ਜੋ ਕੁਛ ਉਸ ਵਕਤ ਦੇ ਕੱਟਰ ਕਿਸਮ ਦੇ ਲੋਕ ਸੀਗੇ, ਉਹਨਾਂ ਨੇ ਰਲ ਮਿਲ ਕੇ ਉਹਨਾਂ ਨੂੰ ਆਪਣੇ ਨਾਂ 'ਤੇ ਕੁਛ ਧਰਮ ਦਾ ਤੜਕਾ ਲੱਗ ਗਿਆ ਸੀਗਾ, ਉਹਦੇ ਨਾਂ 'ਤੇ ਫਿਰ ਇਹ ਕਤਲੋ ਗਾਰਤ ਹੋਈ। ਹਿੰਦੂ ਲੋਕ ਜਿਹੜੇ ਸੀ, ਉਹ ਦਾਲ ਖਾਣ ਵਾਲੇ ਮਾਂ ਦੀ ਡਰਕੋਬ ਸੀ। ਉਹਨਾਂ ਅੱਗੇ ਮੁਲਵਸ ਕੀਤਾ ਇਹਨਾਂ ਸਿੱਖਾਂ ਨੂੰ ਵੀ ਖਾਲਿਸਤਾਨ ਅਸੀਂ ਬਣਾਵਾਂਗੇ, ਤੁਸੀਂ ਰਲ ਕੇ ਸਾਡੇ ਨਾਲ ਅੱਗੇ ਹੋਵੋ। ਇਹਨਾਂ ਸਿੱਖਾਂ ਨੇ ਫਿਰ ਨਾ ਜਿਹੜੇ ਲਾਂਭੋ ਜਸੇ ਆਉਂਦੇ ਸੀ, ਉਹ ਵੱਢ ਟੁੱਕ ਕਰਦੇ ਸੀ। ਪਿੰਡ ਦਾ ਬੰਦਾ ਜਿਹੜਾ ਕਹਿੰਦਾ ਉਹ ਮੇਰਾ ਧਰਮ ਦਾ ਭਰਾ ਵਾ, ਇਹ ਕੰਮ ਨਹੀਂ ਕਰਨਾ। ਇਕੱਠੇ ਜੰਮੇ ਆ, ਇਕੱਠੇ ਅਸੀਂ ਪਲੇ ਆ। ਪਿੰਡ ਦੇ ਬੰਦੇ ਨੇ ਕਿਸੇ ਵੀ ਪਿੰਡ ਦਾ ਗੁਨਾਹ ਨਹੀਂ ਕੀਤਾ। ਉਦੋਂ ਖੇਡ ਹੁੰਦੀ ਸੀ ਇਹਦੀ ਭਾਈ ਜ਼ਿਆਦਾਤਰ ਹੋਣੀ ਆ ਖਿੱਦੋ ਖੁੰਡੀ। ਅੱਛਾ, ਉਹ ਕੁੱਬੀਆਂ ਜੀਆਂ ਵੱਢ ਲੈਣੀਆਂ ਤੇ ਕਟਾਲੀ ਦੀਆਂ ਜੋ ਵਿੰਗੀਆਂ ਤੇ ਖਿੱਦੂ ਬਣਾਉਣਾ ਤੇ ਘੱਟੇ ਦੇ ਵਿੱਚ ਖੇਡਣਾ। ਉਹ ਗੱਲਾਂ ਪੁਰਾਣੀਆਂ ਸੀ। ਹੁਣ ਕੌਣ ਗੱਲਾਂ, ਇਹਦਾ ਹਕੀਕਤ ਬਣ ਗਈ ਆ। ਤੇ ਮਾਮਲਾ ਤਾਂ ਪੂਰਾ ਨਹੀਂ ਸੀ ਹੁੰਦਾ ਜ਼ਿਮੀਂਦਾਰਾਂ ਦਾ। ਸਾਡੇ 3 ਖੂਹ ਸੀ, ਸਾਡੇ 3 ਖੂਹ ਆਪਣੇ ਸੀ, ਤੇ ਸਾਡੇ ਕੋਲ ਕੱਖ ਨਹੀਂ ਸਾਡੇ ਪੱਲੇ। ਕਿਹੜੀ ਬਜਾਂਦ ਕਰਦੇ ਹੁੰਦੇ ਸੀ? ਹੈਂ, ਕੁਝ ਵੀ ਨਹੀਂ। ਬਜਾਜ ਜ਼ਿਆਦਾ ਕਣਕ ਥੋੜ੍ਹੀ ਜਿਹੀ ਬੀਜਣੀ ਤੇ ਬਾਜਰਾ ਸੁੱਟਣਾ, ਤੇ ਜਿਹੜਾ ਹੋਏ ਨਾ ਕੋਈ ਥੋੜ੍ਹਾ ਬਹੁਤਾ ਖਾ ਪੀ ਕੇ ਪਾਸੇ ਕਰ ਲੈਣਾ। ਆਪਣੇ ਕੋਲ ਇਲਾਕੇ ਦੀ ਖਾਸ ਮਸ਼ਹੂਰ ਚੀਜ਼ ਜਾਂ ਕੋਈ ਮਸ਼ਹੂਰ ਕਿਸੇ ਬਜ਼ੁਰਗ ਦਾ ਆਲੇ ਦੁਆਲੇ ਕੋਈ ਦਰਬਾਰ? ਸਾਡੇ ਉੱਥੇ ਸ਼ਹਿਰ ਵਿੱਚ ਕਲੀਅਰਾਂ ਵਿੱਚ ਇੱਕ ਰਾਮ ਤੀਰਥ ਤੇ ਨਾਲ ਬਾਬਾ ਮੀਕੇ ਸ਼ਾਹ ਦਾ ਦਰਬਾਰ ਸੀ। ਉਹ ਦਰਬਾਰ ਇਸ ਤਰ੍ਹਾਂ ਦਾ ਸੀ ਕਿ ਉਹ ਆਪਣੀ ਜੂਹ ਦੇ ਵਿੱਚ ਕਿਸੇ ਨੂੰ 4 ਪਾਈ ਤੇ ਨਹੀਂ ਬਹਿਣ ਦਿੰਦਾ। ਅੱਛਾ, ਉਹ ਕਿਉਂ ਜੀ? ਸੈਯਦ ਬਾਦਸ਼ਾਹ ਸੀ, ਆਲੇ ਨਬੀ ਔਲਾਦ ਅਲੀ ਸੀ, ਤੇ ਦਰਵੇਸ਼ ਲੋਕ ਸੀ, ਐਵੇਂ ਕੱਪੜੇ ਪਾ ਕੇ ਰੱਖਣੇ ਸਾਦਾ ਜਿਹੇ। ਇੱਕ ਵਾਰ ਉੱਥੇ ਸਾਡੇ ਸਿੱਖ ਆ ਗਿਆ। ਸਿੱਖ ਆਉਂਦੇ ਸੀ ਘੋੜਿਆਂ ਉੱਤੇ, ਕਾਰ ਤੇ ਨਹੀਂ ਸੀ ਆਉਂਦੇ। ਸਿਰ ਤੇ ਕੁੱਲਾ ਪੱਗਾ ਹੋਣਾ, ਤੇ ਸਿੱਖ ਆ ਗਿਆ। ਉਹ ਕਹਿਣ ਲੱਗਾ ਵੀ ਮੇਰਾ ਮੰਜਾ ਲਿਆਓ ਮੇਰੇ ਵਾਸਤੇ। ਉਹਨੇ ਆਖਿਆ ਜੀ ਬਾਬੇ ਮੀਕੀ ਸ਼ਾਹ ਦਾ ਆਰਡਰ ਆ, ਜੇ ਮੰਜਾ ਤੋਂ ਡਾਉਣਾ ਆ ਤੇ ਉਹ ਪਰਾਂ ਚ ਲੈ ਜਾਓ, ਥੋੜਾ ਦੂਰ ਹੋ ਉਹਦੇ ਹਦੂਦ ਚ ਨਹੀਂ ਆਉਣ ਦਾ। ਉਹਨੇ ਆਖਿਆ ਮੈਂ ਜੋ ਤੈਨੂੰ ਕਹਿਣ ਡਿਆ ਚੌਕੀਦਾਰ ਨੂੰ ਵੀ ਤੂੰ ਮੰਜਾ ਲੈ ਕੇ ਆ। ਉਹਨੇ ਆਖਿਆ ਜੀ ਮੈਂ ਮੰਜਾ ਨਹੀਂ ਲਿਆ ਸਕਦਾ। ਉਹਨੇ ਆਖਿਆ ਮੈਂ ਫਿਰ ਤੈਨੂੰ ਅੰਦਰ ਕਰਾ ਦਾ ਮਾਰ ਦਾਂਗਾ। ਉਹਨੇ ਆਖਿਆ ਜੀ ਇੱਕ ਗੱਲ ਮੈਂ ਕਰ ਸਕਦਾ ਵਾਂ,
ਮੈਂ ਮੰਜਾ ਚੁੱਕ ਕੇ ਲੈ ਆਉਣਾ ਪਿੰਡੋਂ ਤੇ ਇਹਦੀ ਦੀ ਹਦੂਦ ਦੇ ਵਿੱਚ ਪਰਲੀ ਬਾਈ ਮੈਂ ਰੱਖ ਦਿੰਦਾ ਹੈ। ਉਹਨੇ ਆਖਿਆ ਲੈ ਆ, ਮੈਂ ਧੋ ਕੇ ਅੱਗੇ ਕਰ ਲੂੰਗਾ। ਉਹਨੇ ਮੰਜਾ ਲਿਆ ਕੇ ਉੱਥੇ ਰੱਖਤਾ। ਉਹ ਸਿੱਖ ਉਤਰਿਆ ਘੋੜੇ ਤੋਂ, ਉਤਰ ਕੇ ਉਹਨੇ ਐ ਮੰਜਾ ਲਿਆਂਦਾ ਅੱਗੇ ਡਾਹ ਕੇ ਤੇ ਬਹਿ ਗਿਆ। ਪਰ ਮੰਜਾ ਫਿਰ ਉੱਤੇ ਤੇ ਸਿੱਖ ਵੀ ਥੱਲੇ। ਇਹ ਹਾਲਤ ਉਹਦੇ ਨਾਲ ਹੋਇਆ ਵੀ ਉਹਦੀ ਨਾ ਦੀ ਵਰਦੀ ਰਹੀ, ਨਾ ਦਾ ਕੁੱਲਾ ਹੀ ਰਿਹਾ, ਨਾ ਖੁਦਾ ਦੀ ਸ਼ੈ ਹੀ ਰਹੀ। ਉਹ ਥੱਲਿਓਂ ਮਾਫੀਆਂ ਮੰਗਦਾ ਸੀ, ਮੈਨੂੰ ਬਾਬਾ ਮੀਕੇ ਸ਼ਾਹ ਉਹਦਾ ਨਾਂ ਹੀ, ਮਾਫੀ ਦੇ ਦਿਓ। ਤੇ ਫਿਰ ਉਹ ਕਰਨੀ ਵਾਲੇ ਹੋਣੇ ਨਾ ਬਾਬੇ ਜੀ, ਹੋਰ ਹੀ ਕਰਨੇ ਵਾਲੇ। ਫਿਰ ਉਹਨੇ ਸਿੱਖ ਨੇ ਜਾਨ ਛਡਾਈ ਕਿ ਉੱਥੇ ਖੂਹ ਸੀ। ਉਹਨੇ ਆਖਿਆ ਇੱਕ ਪਾਸੇ ਮੁਸਲਮਾਨ ਆਪਣਾ ਬੋਕਾ ਪਾਲਣ, ਹੁਣ ਬੋਕਾ ਸਮਝਦੇ ਹੋ, ਬੋਕਾ ਪਾਣੀ ਖਿੱਚਣ ਵਾਲਾ। ਖੇਡਵਾ। ਉਹਨੇ ਕਿਹਾ ਇੱਕ ਪਾਸੇ ਮੁਸਲਮਾਨ ਅੱਲਾ ਚ ਪਾਈ ਦੀ, ਇੱਕ ਪਾਸੇ ਮੁਸਲਮਾਨ ਬੋਕਾ ਪਾਲਣ, ਇੱਕ ਪਾਸੇ ਇਹ ਸਿੱਖ ਪਾਲਣ, ਆਪੋ ਆਪਣਾ ਪਾਣੀ ਕੱਢੀ ਜਾਓ। ਇਹ ਫੈਸਲਾ ਕਰਕੇ ਮੁੜ ਕੇ ਸਾਡੇ ਉੱਥੇ ਨਹੀਂ ਵੜਿਆ। ਉਹਨੂੰ ਪਤਾ ਲੱਗ ਗਿਆ ਨਾ। ਸੈਯਦ ਸੀ। ਅੱਛਾ ਬਜ਼ੁਰਗੋ, ਉੱਥੋਂ ਫਿਰ ਤੁਸੀਂ ਲਾਹੌਰ ਦੇ ਰਾਸਤੇ ਪਾਕਿਸਤਾਨ ਆਏ? ਹਾਂਜੀ, ਅਸੀਂ ਲਾਹੌਰ ਦੇ ਰਸਤੇ ਆਏ ਹਾਂ। ਅਸੀਂ ਆਏ ਹਾਂ ਆ ਜਿਹੜਾ ਹੈਗਾ ਆ ਵਾਲਡਨ ਸਕੂਲ ਲਾਹੌਰ। ਅੱਛਾ ਜੀ। ਇੱਥੇ ਸਾਰਾ ਇਹਨਾਂ ਜਿੰਨਾ ਇਲਾਕਾ ਸੀ ਸਾਰਾ ਇੱਥੇ ਇਕੱਠਾ ਹੋਇਆ। ਠੀਕ ਆ। ਫਿਰ ਤੁਸੀਂ ਉੱਥੋਂ ਸਮੁੰਦਰੀ ਆ ਕੇ ਬੈਠੇ? ਫਿਰ ਅਸੀਂ ਆਏ ਇੱਥੇ ਲਾਹੌਰ। ਲਾਹੌਰ ਸੁਨਹਿਰੀ ਮਸਜਿਦ ਜਿਹੜੀ ਹੈ ਨਾ, ਉਹਦੇ ਕੋਲ ਸਾਨੂੰ 6 ਮੰਜ਼ਲਾ ਮਕਾਨ ਮਿਲਿਆ। ਉੱਥੇ ਫਿਰ ਬੰਦੇ ਹਫਜ਼ ਨਾਲ ਮਰਨ ਲੱਗ ਪਏ। ਉਹ ਫਿਰ ਮੇਰੇ ਵਾਲਦ ਦਾ ਦੇਗ ਮੱਟੀ ਤੇ ਘੜਾ ਤਾਂਬੇ ਦਾ, ਇਹ ਪਹਿਲੀ ਜਾਇਦਾਦਾਂ ਹੁੰਦੀ ਸੀ ਨਾ, ਇਹ ਫਿਰ ਅਸੀਂ ਆਏ ਫਿਰ ਉੱਥੇ ਸੁਨਹਿਰੀ ਮਸਜਿਦ। ਉਹ ਫਿਰ ਵੇਚੀਆਂ ਫਿਰ 100 ਰੁਪਏ ਦੀਆਂ ਵਿਕੀਆਂ 3। ਉਹ ਸਾਡਾ ਸਮੁੰਦਰੀ ਦਾ ਕਿਰਾਇਆ ਬਣਿਆ, ਸਮੁੰਦਰੀ ਦਾ ਟਰੱਕ ਦਾ। ਉਹ ਅਸੀਂ ਉੱਥੇ ਦੇ ਕੇ ਆਏ। ਉੱਥੋਂ ਆਣ ਕੇ ਫਿਰ ਮੇਰੇ ਚਾਚੇ ਜਿਹੜੇ ਆ 45 ਰਹਿੰਦੇ ਸੀ, ਜ਼ਮੀਨ ਪਹਿਲੋਂ ਆਏ ਸੀ, ਇਹ ਸਭ ਲੈ ਕੇ ਗਏ। ਇੱਥੋਂ ਵੀ ਤਾਂ ਲੋਕ ਉੱਠ ਕੇ ਉਧਰ ਨੂੰ ਗਏ ਆ। ਹਾਂ, ਗਏ ਨੇ। ਤੇ ਉਹਦੇ ਵਿੱਚ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਮਾਲੇ ਗਨੀਮਤ ਨਹੀਂ ਮਿਲਿਆ ਵੀ ਜਿਹੜਾ ਤੁਸੀਂ ਕਹੋਗੇ ਵੀ ਆ ਹੁਣ ਸਾਨੂੰ ਮਿਲ ਸਕਦਾ ਆ? ਉਹ ਵੀ ਭਰੇ ਘਰ ਹੀ ਛੱਡ ਕੇ ਗਏ? ਭਰੇ ਘਰ ਛੱਡ ਕੇ ਗਏ ਨੇ। ਜਿਹੜੇ ਪਹਿਲੋਂ ਲੋਕ ਆ ਗਏ ਸੀ ਨਾ, ਜਿਹੜੇ ਇੱਥੋਂ ਦੇ ਲੋਕ ਰਹਿਣ ਵਾਲੇ ਆ, ਲੁੱਟਿਆ ਇਹਨਾਂ ਨੇ ਆ। ਆ ਜਿੰਨੇ ਸ਼ੇਖ ਬਰਾਦਰੀ ਆ ਸਾਰੀ ਇਹ ਲੁੱਟਣ ਵਾਲੀ ਆ। ਇਹ ਜਦੋਂ 14 ਅਗਸਤ ਆਉਂਦੀ ਆ ਨਾ, ਅਸੀਂ ਹੁਣ ਇੱਥੇ ਠੇਕੇਦਾਰੀ ਮੈਂ ਕਰਦਾ ਰਿਹਾ। ਮੈਂ ਵੇਖਣਾ ਵੀ ਜ਼ਮੀਨ ਤੋਂ ਲਾ ਕੇ ਤੇ ਛੱਤ ਤੱਕ ਭਾਂਡੇ ਜਿਹੜੇ ਨਾ ਲੰਬਰਵਾਰ ਇਹਨਾਂ ਸ਼ੇਖਾਂ ਦੇ ਘਰ ਲੱਗੇ ਵੇ ਨੇ। ਅਸੀਂ ਇਹਨਾਂ ਲੁੱਟਿਆ, ਉਹ ਲੁੱਟਾਂ ਕੀਤੀਆਂ। ਇਹਨਾਂ ਇਹੋ ਕਿਹਾ ਵੀ ਸਭ ਕੁਝ ਤੁਹਾਡਾ ਹੀ ਆ, ਤੇ ਜਦੋਂ ਆਓਗੇ ਆਣ ਕੇ ਲੈ ਲਿਓ। ਪਾਕਿਸਤਾਨ ਹਿੰਦੁਸਤਾਨ ਇਕੱਠਾ ਹੋ ਹੀ ਜਾਣਾ ਵਾ। ਇਹਨਾਂ ਸਭ ਕੁਝ ਲੁੱਟ ਕੇ ਜੋ ਟੂਮ ਜੋ ਚੀਜ਼ਾਂ ਸਭ ਇਹਨਾਂ ਫਿਰ ਕਰ ਲੈਂਦੀਆਂ ਨੇ। ਆਪਣੇ ਪਿੰਡ ਦੇ ਲੋਕ ਸਾਰੇ ਜਿਹੜੇ ਉੱਠ ਕੇ ਆਏ ਸੀ, ਉਹ ਕਿੱਥੇ ਕਿੱਥੇ ਆ ਕੇ ਬੈਠੇ ਫਿਰ? ਉਹ ਇੱਥੇ ਵੀ ਬੈਠੇ ਆ, ਸਮੁੰਦਰੀ ਬੈਠੇ ਆ, ਤਰਖਾਣਿਆਂ ਬੈਠੇ ਆ। ਤਰਖਾਣਾ ਜਿਹੜਾ ਵਾ ਮੀਆਂ ਅਬਦੁਲ ਹਕੀਮ ਜਿਹੜਾ ਇੱਧਰ ਕਰਕੇ, ਫਿਰ ਮੁਲਤਾਨ ਸਾਡੇ ਬੜੇ ਬੈਠੇ ਆ। ਇੱਦਾਂ ਅਲੱਗ-ਅਲੱਗ ਫਿਰ ਜਗ੍ਹਾ ਜਿੱਥੇ ਜਿੱਥੇ ਕਿ ਸਿੰਘ ਸਮਾਉਂਦੇ ਗਏ ਨੇ। ਪੱਤੋਗੀ ਵੀ ਸਾਡੇ ਬੈਠੇ ਨੇ। ਆ ਇਹ ਜਿਹੜੀ ਤੁਹਾਡੀ ਮਹੱਲਾ ਦਸਤਗੀਰ ਕਲੋਨੀ, ਇਹਨੂੰ ਪਹਿਲੇ ਛੱਜੂ ਦੀ ਬਸਤੀ ਕਹਿੰਦੇ ਹੁੰਦੇ ਸੀਗੇ। ਇਹ ਛੱਜੂ ਜਿਹੜਾ ਕੋਈ ਇੱਥੇ ਦਾ ਸੀਗਾ ਜਾਂ ਇਹ ਵੀ ਕੋਈ ਬਾਹਰੋਂ ਆਇਆ ਸੀਗਾ? ਛੱਜੂ ਸੀ ਲੰਬੜਦਾਰ ਦਾ ਬੱਚਾ। ਅੱਛਾ। 2 ਮਰਬੇ ਨੇ ਜ਼ਮੀਨ ਸੀ, ਅੱਛਾ। ਇਕੱਲਾ ਹੀ ਮਾਪਿਆਂ ਦਾ ਪੁੱਤ ਸੀ। ਇਹ ਸਾਰੀ ਆ ਜ਼ਮੀਨ ਵਗਦੀ ਹੁੰਦੀ ਸੀ ਤੇ ਬਹੁਤ ਛਿੰਦਾ ਸੀ ਇਹ। ਇਹਨਾਂ ਦਾ ਘਰ ਕੱਚੇ ਗੋਇਰੇ ਦਾ ਆਬਾਈ ਖਾਂ ਇਹਦਾ, ਤੇ ਉੱਥੇ ਫਿਰ ਇਹ ਰਹਿੰਦਾ ਸੀ। ਛੱਜੂ ਬਜ਼ਾਤੇ ਖੁਦ ਪਹਿਲੋਂ ਸੀ ਮਾੜਾ ਕੁਝ, ਫਿਰ ਉਸ ਤੋਂ ਇੰਨਾ ਕੁ ਅੱਛਾ ਹੋ ਗਿਆ ਕਿ ਜਿੰਨੀ ਇਹਦੀ ਫੌਦਗੀ ਦੇ ਉੱਤੇ ਆਏ ਨਾ ਬੰਦੇ, ਉਹਨੇ ਮੈਂ ਕਿਹਾ ਦੁਨੀਆ ਦੇ ਬੰਦੇ ਨਹੀਂ ਆਉਣੇ ਕੋਈ ਉਹਦੇ ਜਨਾਜ਼ੇ ਤੇ ਗਾਂ ਉਹਦੀ ਔਲਾਦ ਜਿਹੜੀ ਉਹ ਨਹੀਂ ਕੁਝ ਨਿਕਲੀ, ਉਹ ਭੈੜੀ ਨਿਕਲੀ ਉਹਨਾਂ ਦੇ ਨਸੀਬ ਉਹਨਾਂ ਨਾਲ ਜੀ। ਨਾਲ। ਅੱਛਾ, ਇਹ ਆਪਣੇ ਇਸ ਮਹੱਲੇ ਦੇ ਵਿੱਚ ਤੁਹਾਨੂੰ ਕੋਈ ਸਿੱਖਾਂ ਦੇ ਜਾਂ ਹਿੰਦੂਆਂ ਦੇ ਜਿਹੜੇ ਪਹਿਲੇ ਰਹਿੰਦੇ ਰਹੇ ਉਹਨਾਂ ਦੇ ਕੋਈ ਅਸਾਰ ਨਜ਼ਰ ਆਏ ਦੇਖਣ ਨੂੰ? ਖਾਲੀ ਜ਼ਮੀਨ ਵਗਦੀ ਸੀ, ਇਹ ਖਾਲੀ ਜ਼ਮੀਨ ਸੀ। ਇਹ 3-4 ਮਰਬੇ ਆ ਬਾਬਾ ਦੇਸ ਆਲਮ ਸਰਕਾਰ ਜਿਹੜੀ ਆ ਇਹ ਦੂਰੋਂ ਨਜ਼ਰ ਆਉਂਦੀ ਸੀ। ਬਾਬਾ ਜੀ ਦੇਸ ਆਲਮ ਸਰਕਾਰ ਦੇ ਬਾਰੇ ਦੱਸਿਓ। ਇਹ ਜੀ ਸੁਣਿਆ ਹੈ ਕਿ ਦੇਸ ਆਲਮ ਸਰਕਾਰ ਜਿਹੜੇ ਆ ਨਾ, ਪਿੱਛੇ ਵੀ ਇਹ ਹੁੰਦੀ ਸੀ, ਇਹ ਖਰਬੂਜ਼ੇ ਹੁੰਦੇ ਸੀ। ਜਿਹੜੀ ਮਸ਼ਹੂਰ ਗੱਲ ਸੁਣੀ ਇਹਨਾਂ ਦੀ, ਖਰਬੂਜ਼ੇ ਹੁੰਦੇ ਸੀ ਜਿਹੜੇ ਤੁੰਮੇ ਵਰਗੇ ਹੁੰਦੇ ਆ। ਇਹਨਾਂ ਦਾ ਇਹ ਕੰਮ ਸੀ, ਧਾਰੀਆਂ ਵਾਲੇ ਹਰੇ ਹਰੇ। ਇਹਨਾਂ ਦਾ ਕੰਮ ਸੀ ਸਾਰੀ ਦਿਹਾੜੀ ਇਹਨਾਂ, ਉਹ ਪਿੰਡ ਦਾ ਨਾਂ ਨਹੀਂ ਆਉਂਦਾ ਮੈਨੂੰ, ਔਰ ਆਣੇ ਬੈਠੇ ਨੇ ਇੱਥੇ ਮਾਛੀ। ਉੱਥੋਂ ਇੱਕ
ਰੇਹੜੀ ਤੋਂ ਚੁੱਕਦੇ ਸੀ ਤੇ ਦੂਸਰੀ ਦੇ ਰੱਖ ਦਿੰਦੇ, ਦੂਸਰੀ ਦੇ ਰੱਖ ਦੇ, ਤੀਸਰੀ ਰੱਖਦੇ ਸੀ। ਯਾਨੀ ਇਹੋ ਹੀ ਮਸਤ ਪੁਣਾ ਹੁੰਦਾ ਸੀ। ਇੱਥੇ ਜਦੋਂ ਆ ਗਏ ਨੇ, ਮੈਂ ਖੁਦ ਆਇਆ ਆ, ਇਹ ਮੇਰਾ ਖਿਆਲ ਇੱਥੇ ਕੋਈ ਨਿਸ਼ਾਨ ਲੱਭਦਾ ਉਹਨਾਂ ਤੁਹਾਨੂੰ ਹੈਂ। ਮੈਂ ਉਦੋਂ ਇਹ ਛੋਟਾ ਜਿਹਾ ਸੀ, ਆਪਣੇ ਉਹ ਬੱਚੇ ਨੂੰ ਛੋਟਾ ਸੀ, ਤੇ ਮੈਂ ਇੱਥੇ ਖਾਣ ਆਇਆ ਲੰਗਰ, ਤੇ ਕਿਸੇ ਬੰਦੇ ਨੇ ਮੇਰੇ ਇੱਟ ਮਾਰੀ ਅੰਦਰੋਂ, ਮੇਰੇ ਇੱਥੇ ਵੱਜੀ। ਉਹ 4 ਦੀਵਾਰੀ ਬਣ ਰਹੀ ਸੀ ਤੇ ਮੈਨੂੰ ਸਾਰਾ ਖੂਨ ਦਾ ਭਰ ਗਿਆ। ਉਹ ਲੈ ਗਿਆ ਸਰਕਾਰ ਕੋਲ। ਸਰਕਾਰ ਉਹਨਾਂ ਦੀ ਐਰੀ ਮੋਚੀ ਨਿੰਬੂ ਖਲੋਂਦਾ ਸੀ, ਟਿੰਡ ਕਰਾਈ ਹੁੰਦੀ ਸੀ ਇਹਨਾਂ ਨੇ, ਤੇ ਫੇਰਵਾ ਹੋਕਾ ਰੱਖਿਆ ਹੁੰਦਾ ਸੀ। ਤੇ ਜੇ ਮੈਂ ਗਿਆ, ਉਹ ਕਹਿੰਦੇ ਹਾਂ ਕੀ ਹੋਇਆ? ਉਹਨੇ ਆਖਿਆ ਜੀ ਇਸ ਬੱਚੇ ਨੂੰ ਕਿਸੇ ਨੇ ਇੱਟ ਮਾਰੀ ਆ। ਉਹਨੇ ਕਿਹਾ ਅੱਛਾ, ਇਹਨੂੰ ਰੋਟੀ ਦਿਓ ਪਹਿਲੋਂ। ਰੋਟੀ ਖਾਧੀ ਪੁੱਤਰ? ਮੈਂ ਜੀ ਨਹੀਂ। ਉਹਨੇ ਆਖਿਆ ਉਹ ਸਹਿਣਗੀਆਂ ਹੁੰਦੀਆਂ ਸੀ, ਉਹ ਘੁਮਿਆਰਾਂ ਵਾਲੀਆਂ ਪਲੇਟਾਂ ਵਰਗੀਆਂ। ਉਹਨੇ 2 ਲਿਆ ਕੇ, ਇੱਕ ਲਿਆ ਕੇ ਮੈਨੂੰ ਤੇ ਇੱਕ ਨਾਲ ਦੇ ਬੰਦੇ ਨੂੰ, 2 ਉੱਤੇ ਰੋਟੀਆਂ ਰੱਖ ਕੇ ਕਹਿੰਦਾ ਅੱਗੇ ਹੋਇਆ। ਉਹਨੇ ਕੀਤਾ ਸਰਪੋਜ਼ ਜਿਹੜਾ ਨਾ ਹੁੱਕਾ, ਐਂ ਫੜ ਕੇ ਉਹਨੇ ਐਂ ਕਰਕੇ ਤੇ ਸਵਾਦ ਹੀ ਲਾਤੀ। ਸਵਾਹ ਲਾਤੀ। ਲੈ ਦਿਨੇ ਉੱਠੇ ਆ, ਇਹ ਨਿਸ਼ਾਨ ਜ਼ਰੂਰ ਸਵਾਹ ਦਾ ਰਹਿ ਗਿਆ ਇਹਦੇ ਵਿੱਚ, ਇਹ 'ਚ ਕਾਲਾ ਜਿਹਾ ਹੈਗਾ ਨਾ। ਉਹਨੇ ਕਿਹਾ ਸਵਾਦ ਰਹੇਗਾ, ਮਗਰ ਤੈਨੂੰ ਦਰਦ ਜਾਂ ਪੀੜ ਜਾਂ ਕੁਛ ਐ ਨਹੀਂ ਹੋਏਗੀ। ਅਸੀਂ ਇਹ ਮੌਜ ਦਾ ਤਾਂ ਅਸੀਂ ਇਹਨਾਂ ਦਾ ਖੁਦ ਵੇਖ ਕੇ ਹੈਂ, ਤੇ ਬੜੇ ਇਦਾਂ ਕਹਿੰਦੇ ਸਵਾਦ ਹੀ ਚੁਟਕੀ ਨਾਲ ਆਰਾਮ ਆਉਣਾ। ਸਵਾਦ ਦੀ ਚੁੰਡੀ ਨਾ, ਇਹਨੂੰ ਕਹਿੰਦੇ ਸਵਾਦ ਚੁੰਡੀ। ਸਹੀ ਵੱਲੀ ਸੀ ਇਹ। ਬਿਲਕੁਲ ਜੀ, ਅੱਜ ਵੀ ਉਹਨਾਂ ਦੇ ਦੀਵੇ ਚੜ੍ਹਦੇ ਆ, ਉਹਨਾਂ ਦੀ ਸੱਚਾਈ ਨੂੰ ਹੀ ਆ, ਤੇ ਝੂਠੇ ਭੀੜ ਤਾਂ ਮੁੱਕ ਜਾਂਦੇ ਆ। ਹਾਂਜੀ, ਤੁਰਿਆ ਰਹਿਣਾ ਕੰਮ ਸਾਰਾ ਇਹਨਾਂ ਦਾ। ਇਹਨਾਂ ਦੇ ਬੱਚੇ ਜਿੱਦਾਂ ਵੀ ਹੈਗੇ ਨੇ, ਮਾੜੇ ਨਹੀਂ ਅੱਛੇ ਨੇ। ਸੈਯਦ ਆਲੇ ਨਬੀ ਔਲਾਦ ਅਲੀ ਆ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਆਈ ਸੀ ਜੀ ਦਸਤਗੀਰ ਕਲੋਨੀ ਛੱਜੂ ਦੀ ਬਸਤੀ ਦੇ ਵਿੱਚ, ਜਿੱਥੇ ਬਜ਼ੁਰਗਾਂ ਦੇ ਨਾਲ ਸਾਡੀ ਗੱਲਬਾਤ ਹੋਈ ਆ। ਅੱਲਾਹ ਪਾਕ ਇਹਨਾਂ ਨੂੰ ਸਿਹਤ ਤੰਦਰੁਸਤੀ ਦੇ ਰੱਖੇ। ਇਹ ਸਾਡੇ ਉਹ ਅਸਾਸਾ ਆ ਜਿਹੜੇ ਚੱਲਦੇ ਫਿਰਦੇ ਇਨਸਾਈਕਲੋਪੀਡੀਆ, ਜਿਨ੍ਹਾਂ ਕੋਲੋਂ ਸਾਨੂੰ ਉਹ ਸੱਚਾਈਆਂ ਮਿਲ ਸਕਦੀਆਂ ਜਿਹੜੀਆਂ ਗਾਂ ਇਹਨਾਂ ਤੋਂ ਬਾਅਦ ਕਿਸੇ ਜਗ੍ਹਾ ਤੋਂ ਨਹੀਂ ਲੱਭ ਸਕਦੀਆਂ। ਤੇ ਸਾਡੀ ਕੋਸ਼ਿਸ਼ ਇਹੀ ਹੈ ਕਿ ਅਸੀਂ ਜਿਸ ਤਰ੍ਹਾਂ ਵੀ ਸਾਨੂੰ ਕੋਈ ਬਜ਼ੁਰਗ ਮਿਲਦਾ ਆ, ਅਸੀਂ ਉਹਨਾਂ ਤੱਕ ਪਹੁੰਚ ਕਰੀਦੀ ਆ, ਔਰ ਕੋਸ਼ਿਸ਼ ਕਰੀਦੀ ਆ ਕਿ ਉਹਨਾਂ ਨੂੰ ਕੈਮਰੇ ਦੀ ਅੱਖ ਨਾਲ ਮਹਿਫੂਜ਼ ਕਰ ਲਈਏ, ਔਰ ਆਉਣ ਵਾਲੀ ਨਸਲ ਲਈ ਉਹ ਕੋਈ ਸਰਮਾਇਆ ਹਯਾਤ ਬਣਾ ਕੇ ਆਪਣੇ ਕੋਲ ਰੱਖੀਏ ਜੀ। ਬਹੁਤ ਸ਼ੁਕਰੀਆ ਜੀ। ਅੱਲਾਹ ਹਾਫਿਜ਼।